ਦੋਸਤੋ, ਜਾਪਾਨ ਦੇ ਸ਼ਹਿਰ ਟੋਕੀਓ ਵਿਖੇ 23 ਜੁਲਾਈ ਨੂੰ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ 32ਵੀਂ ਓਲੰਪਿਕ ਖੇਡਾਂ ਹਨ। ਓਲੰਪਿਕ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹਨਾਂ ਨੂੰ ਅਸੀਂ ਮਾਡਰਨ ਓਲੰਪਿਕਸ ਕਹਿੰਦੇ ਹਾਂ, ਜੋ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ। ਇਸ ਕਰਕੇ 32ਵੀਂ ਓਲੰਪਿਕ ਖੇਡਾਂ ਜਾਪਾਨ 'ਚ ਹੋ ਰਹੀਆਂ। ਅੱਜ ਮੈਂ ਇਸ ਵੀਡੀਓ ਜ਼ਰੀਏ ਤੁਹਾਨੂੰ ਓਲੰਪਿਕ ਖੇਡਾਂ ਦੇ ਇਤਿਹਾਸ 'ਤੇ ਝਾਤੀ ਮਰਾਵਾਂਗਾ। ਓਲੰਪਿਕ ਖੇਡਾਂ ਦਾ ਇਤਿਹਾਸ। ਓਲੰਪਿਕ ਖੇਡਾਂ ਨੂੰ ਦੋ ਹਿੱਸਿਆਂ 'ਚ ਵੰਡਦੇ ਹਾਂ ਅਸੀਂ, ਪ੍ਰਾਚੀਨ ਓਲੰਪਿਕ ਖੇਡਾਂ ਅਤੇ ਮਾਡਰਨ ਓਲੰਪਿਕ ਖੇਡਾਂ। ਇਹਨੂੰ ਏਸ਼ੀਅਟ ਓਲੰਪਿਕਸ ਕਹਿੰਦੇ ਹਾਂ ਅਸੀਂ। ਪ੍ਰਾਚੀਨ ਓਲੰਪਿਕ ਖੇਡਾਂ ਦੀ ਸ਼ੁਰੂਆਤ 776 BC ਬਿਫੋਰ ਕ੍ਰਾਈਸਟ ਈਸਾ ਪੂਰਵ ਹੋਈ ਸੀ। ਉਸ ਵੇਲੇ ਇਹ ਖੇਡਾਂ ਸਿਰਫ ਯੂਨਾਨ ਦੇ ਹੀ ਜੋ ਛੋਟੇ ਛੋਟੇ ਸੂਬੇ ਸੀ, ਸ਼ਹਿਰ ਸੀ, ਉੱਥੋਂ ਦੇ ਵਾਸੀ ਖੇਡਦੇ ਸੀ। ਅਤੇ 776 BC ਵਿੱਚ ਹੋਈਆਂ ਪਹਿਲੀਆਂ ਖੇਡਾਂ ਦੇ ਵਿੱਚ ਇੱਕੋ ਹੀ ਇਵੈਂਟ ਹੋਇਆ ਸੀ, ਸਟੇਡੀਅਮ ਦੀ ਦੌੜ ਜਿਹਨੂੰ ਕਹਿੰਦੇ ਆ। ਉਸ ਦੇ ਵਿੱਚ ਉਸ ਵੇਲੇ ਐਲਿਸ ਰਾਜ ਦਾ, ਜੋ ਯੂਨਾਨ ਦਾ ਐਲਿਸ ਰਾਜ ਸੀ, ਉਹ ਤਾਂ ਇੱਕ ਲਾਂਗਰੀ ਸੀ, ਕੋਰੋਬੋਸ ਨੇ ਉਹ ਰੇਸ ਜਿੱਤੀ ਸੀ। ਇਸ ਕਰਕੇ ਉਸਨੂੰ ਅਸੀਂ ਫਸਟ ਓਲੰਪਿਕ ਮੈਡਲਿਸਟ ਕਹਿੰਦੇ ਹਾਂ। ਉਸ ਵੇਲੇ ਇਹਨਾਂ ਖੇਡਾਂ ਦੀ ਸ਼ੁਰੂਆਤ ਹੋਈ ਤਾਂ ਯੂਨਾਨ ਦੇ ਛੋਟੇ ਛੋਟੇ ਸੂਬੇ, ਛੋਟੇ ਛੋਟੇ ਸ਼ਹਿਰ ਇਹਨਾਂ ਵਿੱਚ ਹਿੱਸਾ ਲੈਂਦੇ। ਉਸ ਵੇਲੇ ਲੇਡੀਜ਼ ਨੂੰ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਦੀ ਮਨਾਹੀ ਹੁੰਦੀ ਸੀ, ਇਸ ਤੱਕ ਕਿ ਉਹ ਮੁਕਾਬਲੇ ਵੀ ਨਹੀਂ ਦੇਖਦੀਆਂ ਸੀ। ਹਾਂ, ਇੱਕ ਜ਼ਰੂਰ ਮਿੱਥ ਹੈ ਕਿ ਲੇਡੀਜ਼ ਦੀ ਇੱਕ ਵੱਖਰੀ 100 ਫੁੱਟ ਦੀ ਦੌੜ ਹੁੰਦੀ ਸੀ। ਪਰ ਹੌਲੀ ਹੌਲੀ ਓਲੰਪਿਕ ਖੇਡਾਂ ਜਦੋਂ ਅੱਗੇ ਵਧਦੀਆਂ ਗਈਆਂ ਤਾਂ ਇੱਕ ਦਿਨ ਦੀ ਓਲੰਪਿਕ ਖੇਡਾਂ ਤੋਂ 5 ਦਿਨ ਦੀਆਂ ਹੋ ਗਈਆਂ। 5 ਇਵੈਂਟ ਹੋ ਗਏ। ਦੌੜ ਦੇ ਨਾਲ ਫਿਰ ਰੈਸਲਿੰਗ ਸ਼ੁਰੂ ਹੋ ਗਈ, ਕੁਸ਼ਤੀ ਦਾ, ਕਿਉਂਕਿ ਇਤਿਹਾਸ ਬਹੁਤ ਪੁਰਾਣਾ ਹੈਗਾ। ਉਸ ਤੋਂ ਇਲਾਵਾ ਫਿਰ ਰੱਥ ਗੱਡਿਆਂ ਦੀ ਦੌੜ ਸ਼ੁਰੂ ਹੋ ਗਈ। ਇਹ ਖੇਡਾਂ ਕਰੀਬ 1200 ਸਾਲ ਚੱਲੀਆਂ। 394 AD ਜਿਹਨੂੰ ਅਸੀਂ ਈਸਵੀ ਕਹੀਏ, 394 ਈਸਵੀ ਦੇ ਵਿੱਚ ਇਹ ਖੇਡਾਂ ਜਾ ਕੇ ਖਤਮ ਹੋ ਗਈਆਂ, ਜਿਹਨੂੰ ਕਹਿੰਦੇ ਬੰਦ ਹੋ ਗਈਆਂ। ਫਿਰ ਸ਼ੁਰੂ ਹੋਇਆ ਮਾਡਰਨ ਓਲੰਪਿਕਸ ਦਾ ਯੁੱਗ, ਜਿਸ ਯੁੱਗ 'ਚ ਅਸੀਂ ਜੀ ਰਹੇ ਹਾਂ। ਜੋ ਅਸੀਂ ਖੇਡਾਂ ਦਾ ਅਜੋਕਾ ਸਰੂਪ ਦੇਖ ਰਹੇ ਹਾਂ, ਇਹ ਮਾਡਰਨ ਓਲੰਪਿਕਸ ਕਹਾਉਂਦਾ ਹੈ। ਇਸ ਦੀ ਸ਼ੁਰੂਆਤ ਫਰਾਂਸ ਦਾ ਪੀਅਰ ਡੀ ਕੂਬਰਟਨ ਸੀ, ਜਿਨ੍ਹਾਂ ਨੇ ਕੀਤੀ ਸੀ। ਉਸ ਵੇਲੇ ਇਹ ਪਲਾਨ ਹੋਇਆ ਵੀ 1900 ਦੇ ਵਿੱਚ ਪੈਰਿਸ 'ਚ ਨਵੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ ਜਾਵੇ। ਪਰ ਕੁਝ ਖੇਡ ਵਿਗਿਆਨੀਆਂ ਦਾ, ਕੁਝ ਮਾਹਰਾਂ ਦਾ ਇਹ ਰਾਏ ਸੀ ਵੀ ਜੇ ਦੁਬਾਰਾ ਓਲੰਪਿਕਸ ਖੇਡਾਂ ਦੀ ਸ਼ੁਰੂਆਤ ਕਰਨੀ ਹੈ ਤਾਂ ਓਲੰਪਿਕਸ ਉਸੇ ਹੀ ਓਲੰਪਿਕਸ ਦੇ ਜਨਮਦਾਤਾ ਸ਼ਹਿਰ ਯੂਨਾਨ, ਜਿੱਥੇ ਐਥਨਸ ਦੇ ਵਿੱਚ ਸ਼ੁਰੂ ਹੋਈਆਂ ਸੀ, ਉੱਥੋਂ ਕਰਾਈ ਜਾਵੇ। ਇਸ ਕਰਕੇ 1900 ਦੀਆਂ ਪੈਰਿਸ ਤੋਂ ਪਹਿਲਾਂ 1896 ਦੇ ਵਿੱਚ ਐਥਨਸ ਵਿਖੇ ਪਹਿਲੀਆਂ ਮਾਡਰਨ ਨਵੀਨ ਓਲੰਪਿਕ ਖੇਡਾਂ ਕਰਵਾਈਆਂ ਗਈਆਂ, ਜੋ 6 ਅਪ੍ਰੈਲ ਤੋਂ 15 ਅਪ੍ਰੈਲ ਤੱਕ ਚੱਲੀਆਂ। ਪਹਿਲੀ ਵਾਰ ਹੋਇਆ ਵੀ ਇਕੱਲੇ ਯੂਨਾਨ ਤੋਂ ਬਾਹਰ ਇਹ ਖੇਡਾਂ ਦਾ ਦਾਇਰਾ ਖੁੱਲ੍ਹਿਆ। ਉਸ ਵੇਲੇ 14-15 ਮੁਲਕਾਂ ਦੇ ਕਰੀਬ 250 ਖਿਡਾਰੀਆਂ ਨੇ ਪਾਰਟੀਸਪੇਟ ਕੀਤਾ। ਉਸ ਵੇਲੇ ਇਵੈਂਟ ਵੀ ਬਹੁਤ ਘੱਟ ਹੋਏ ਸੀਗੇ। 1900 ਦੇ ਪੈਰਿਸ ਦੇ ਵਿੱਚ ਦੂਜੀਆਂ ਓਲੰਪਿਕ ਖੇਡਾਂ ਹੋਈਆਂ। ਫਿਰ ਇਹ ਲੜੀ ਚੱਲ ਪਈ। ਫਿਰ ਇਹ ਯੂਨਾਨ ਤੋਂ ਨਿਕਲ ਕੇ ਹੋਰਨਾਂ ਦੇਸ਼ਾਂ ਦੇ ਵਿੱਚ ਫੈਲਦੀ ਗਈ। 1900 ਪੈਰਿਸ ਦੇ ਵਿੱਚ ਤੋਂ ਬਾਅਦ 1904 ਦੇ ਵਿੱਚ ਸੇਂਟ ਲੂਇਸ ਵਿਖੇ ਇਹ ਓਲੰਪਿਕ ਖੇਡਾਂ ਹੋਈਆਂ। ਚੌਥੀਆਂ ਓਲੰਪਿਕ ਖੇਡਾਂ 1908 ਦੇ ਵਿੱਚ ਲੰਡਨ ਵਿਖੇ ਹੋਈਆਂ ਅਤੇ 1912 ਦੇ ਵਿੱਚ ਸਟਾਕਹੋਮ ਵਿਖੇ ਓਲੰਪਿਕ ਖੇਡਾਂ ਹੋਈਆਂ। ਪਹਿਲੀ ਵਾਰ 1916 ਦੇ ਵਿੱਚ ਓਲੰਪਿਕ ਖੇਡਾਂ ਦੇ ਵਿੱਚ ਗੈਪ ਪਿਆ। ਫਸਟ ਵਰਲਡ ਵਾਰ ਕਰਕੇ ਓਲੰਪਿਕ ਖੇਡਾਂ ਕਰਵਾਈਆਂ ਨਹੀਂ ਗਈਆਂ। ਇਹ ਖੇਡਾਂ ਰੱਦ ਹੋ ਗਈਆਂ। ਮੈਂ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਵੀ ਕਰਾਂਗਾ, ਓਲੰਪਿਕ ਖੇਡਾਂ ਹਮੇਸ਼ਾ 4 ਸਾਲ ਦੇ ਵਕਫੇ ਬਾਅਦ ਹੁੰਦੀਆਂ ਨੇ। ਅੱਜ ਕੱਲ੍ਹ ਅਸੀਂ ਇਹਨੂੰ ਮਾਡਰਨ ਯੁੱਗ ਦੇ ਵਿੱਚ ਲੀਪ ਈਅਰ ਕਹਿੰਦੇ ਹਾਂ। ਵੀ ਲੀਪ ਈਅਰ ਦੇ ਵਿੱਚ ਦੇਸੀ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਹਾਂ, ਜੋ ਸਾਲ 4 ਦੇ ਨਾਲ ਡਿਵਾਈਡ ਹੋ ਜੇ ਉਸ ਨੂੰ ਅਸੀਂ ਲੀਪ ਈਅਰ ਕਹਿੰਦੇ ਹਾਂ। ਪਰ ਪੁਰਾਣੇ ਸਮੇਂ ਵਿੱਚ ਇਹਨੂੰ ਲੀਪ ਈਅਰ ਨਹੀਂ ਕਹਿੰਦੇ, ਜਿਹਨੂੰ ਓਲੰਪੀਅਡ ਈਅਰ ਕਹਿੰਦੇ ਸੀ। ਓਲੰਪੀਅਡ 4 ਸਾਲਾਂ ਦੇ ਵਕਫੇ ਨੂੰ ਕਹਿੰਦੇ ਸੀ, ਕਿਉਂਕਿ 776 BC ਵਿੱਚ ਜਦੋਂ ਪਹਿਲੀਆਂ ਓਲੰਪਿਕ ਖੇਡਾਂ ਹੋਈਆਂ ਤਾਂ ਉਦੋਂ ਪਹਿਲੇ ਓਲੰਪੀਅਡ ਦੀ ਸ਼ੁਰੂਆਤ ਹੋਈ, ਜੋ ਓਲੰਪੀਅਡ 772 BC ਤੱਕ ਚੱਲਿਆ। ਇਸ ਕਰਕੇ ਓਲੰਪੀਅਡ 4 ਸਾਲਾਂ ਦੇ ਵਕਫੇ ਨੂੰ ਓਲੰਪੀਅਡ ਕਹਿੰਦੇ ਸੀ। ਇਸ ਕਰਕੇ 1916 ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਓਲੰਪਿਕ ਖੇਡਾਂ ਰੱਦ ਹੋਈਆਂ। 1920 ਦੇ ਵਿੱਚ ਐਂਟਵਰਪ ਵਿਖੇ ਓਲੰਪਿਕ ਖੇਡਾਂ ਹੋਈਆਂ, 8 ਸਾਲਾਂ ਦੇ ਵਕਫੇ ਬਾਅਦ ਹੋਈਆਂ। ਐਂਟਵਰਪ ਓਲੰਪਿਕ ਖੇਡਾਂ ਦੀ ਖਾਸੀਅਤ ਸੀ, ਪਹਿਲੀ ਵਾਰ ਓਲੰਪਿਕ ਖੇਡਾਂ ਦਾ ਝੰਡਾ ਲਹਿਰਾਇਆ ਗਿਆ, ਪਰਚਮ ਲਹਿਰਾਇਆ ਗਿਆ। ਓਲੰਪਿਕ ਖੇਡਾਂ ਦਾ ਝੰਡਾ ਸਫੈਦ ਰੰਗ ਦਾ ਗਾ, ਜਿਸ ਉੱਪਰ 5 ਅਲੱਗ-ਅਲੱਗ ਗੋਲੇ ਨੇ, ਇਸ ਕਾਲੇ ਰੰਗ ਦਾ, ਨੀਲੇ ਰੰਗ ਦਾ, ਪੀਲੇ ਰੰਗ ਦਾ, ਹਰੇ ਰੰਗ ਦਾ। ਇਸ ਤਰ੍ਹਾਂ ਇਹ ਗੋਲੇ 5 ਕੰਟੀਨੈਂਟ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਖੇਡਾਂ ਦੇ ਵਿੱਚ ਹੀ ਨਵੀਂ ਸ਼ੁਰੂਆਤ ਹੋਈ। ਓਲੰਪਿਕ ਦੀ ਸਹੁੰ ਚੁੱਕੀ ਜਾਣ ਲੱਗੀ।
ਖਿਡਾਰੀ ਸੱਚੀ ਸੁੱਚੀ ਖੇਡ ਭਾਵਨਾ ਨਾਲ ਸਪੋਰਟਸਮੈਨ ਸਪਿਰਿਟ ਨਾਲ ਖੇਡਣ ਦੀ ਸਹੁੰ ਚੁੱਕਣ ਲੱਗੇ। 1924 ਦੇ ਵਿੱਚ ਪੈਰਿਸ ਵਿਖੇ ਦੁਆਰਾ ਓਲੰਪਿਕ ਖੇਡਾਂ ਹੋਈਆਂ। ਪੈਰਿਸ ਪਹਿਲਾ ਸ਼ਹਿਰ ਬਣਿਆ ਜਿਸ ਨੇ ਦੂਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ। 1928 ਦੇ ਵਿੱਚ ਐਮਸਟਰਡਮ ਵਿਖੇ ਓਲੰਪਿਕ ਖੇਡਾਂ ਹੋਈਆਂ। 1932 ਦੇ ਵਿੱਚ ਲਾਸ ਐਂਜਲਸ 'ਚ ਓਲੰਪਿਕ ਖੇਡਾਂ ਹੋਈਆਂ। 1936 ਦੇ ਵਿੱਚ ਬਰਲਿਨ ਵਿਖੇ ਓਲੰਪਿਕ ਖੇਡਾਂ ਹੋਈਆਂ। 1940 ਤੇ 44 ਵਿੱਚ ਫਿਰ ਖੇਡਾਂ ਦੇ ਵਿੱਚ ਵਿਘਨ ਪਿਆ। ਉਦੋਂ ਸੈਕੰਡ ਵਰਲਡ ਵਾਰ ਕਰਕੇ 1940 ਤੇ 44 ਦੇ ਵਿੱਚ ਹੋਣ ਵਾਲੀਆਂ ਦੋਨੋਂ ਓਲੰਪਿਕ ਖੇਡਾਂ ਪੋਸਟਪੋਨ ਹੋਈਆਂ, ਰੱਦ ਹੋਈਆਂ ਜਿਹਨੂੰ ਕਹਿੰਦੇ ਹਾਂ ਅਸੀਂ। 1936 ਤੋਂ ਬਾਅਦ ਫਿਰ ਵਕਫਾ ਆਇਆ 1948 ਦਾ, ਜਦੋਂ ਲੰਡਨ ਵਿੱਚ 12 ਸਾਲਾਂ ਬਾਅਦ ਓਲੰਪਿਕ ਖੇਡਾਂ ਹੋਈਆਂ। ਲੰਡਨ ਪੈਰਿਸ ਤੋਂ ਬਾਅਦ ਦੂਸਰਾ ਸ਼ਹਿਰ ਬਣਿਆ ਜਿਸ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ। ਫਿਰ ਉਸ ਤੋਂ ਬਾਅਦ ਕਾਫਲਾ ਅੱਗੇ ਤੁਰਿਆ। ਮੈਂ ਪਿੱਛੇ ਇੱਕ ਗੱਲ ਹੋਰ ਵੀ ਤੁਹਾਡੇ ਨਾਲ ਕਰਦਾ। 1936 ਦੀਆਂ ਬਰਲਿਨ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਵਿੱਚ ਮਸ਼ਾਲ ਜਗਾਈ ਗਈ। ਓਲੰਪਿਕ ਖੇਡਾਂ ਦੀ ਮਸ਼ਾਲ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ? ਓਲੰਪੀਆ, ਉਹ ਓਲੰਪੀਆ ਪਹਾੜੀ ਜਿੱਥੇ ਜੀਸਸ ਦੇਵਤਾ ਦੇ ਆਨਰ ਦੇ ਵਿੱਚ ਓਲੰਪਿਕ ਖੇਡਾਂ ਸ਼ੁਰੂ ਹੋਈਆਂ ਸੀ। ਉੱਥੇ ਆਤਸ਼ੀ ਕਿਰਨਾਂ ਰਾਹੀਂ, ਸ਼ੀਸ਼ੇ ਦੇ ਰਾਹੀਂ, ਕਿਰਨਾਂ ਦੇ ਰਾਹੀਂ ਮਸ਼ਾਲ ਜਗਾਈ ਜਾਂਦੀ। ਪੂਰੇ ਦੁਨੀਆ ਦੇ ਵਿੱਚ ਉਹ ਮਸ਼ਾਲ ਆਪਣਾ ਫੇਰਾ ਪਾਉਂਦੀ ਆ ਤੇ ਆਖਰ ਦੇ ਵਿੱਚ ਓਲੰਪਿਕ ਵਾਲੇ ਦੇਸ਼ ਪਹੁੰਚਦੀ ਆ ਜਿੱਥੇ ਉਹ ਮਸ਼ਾਲ ਮਗਦੀ ਆ ਓਲੰਪਿਕ ਸਟੇਡੀਅਮ ਦੇ ਵਿੱਚ ਤੇ ਖਿਡਾਰੀਆਂ ਨੂੰ ਸੱਚੀ ਸੁੱਚੀ ਖੇਡ ਭਾਵਨਾ ਨਾਲ ਖੇਡਣ ਲਈ ਇੱਕ ਜਾਗਰੂਕ ਕਰਦੀ ਆ, ਅਵੇਅਰ ਕਰਦੀ ਆ। ਮੈਂ ਗੱਲ ਕਰ ਰਿਹਾ ਸੀ ਹੁਣ 1948 ਦੇ ਲੰਡਨ ਤੋਂ ਬਾਅਦ 1952 ਦੇ ਵਿੱਚ ਹੈਲਸਿੰਕੀ ਦੇ ਵਿੱਚ ਓਲੰਪਿਕ ਖੇਡਾਂ ਹੋਈਆਂ। 1956 ਦੇ ਵਿੱਚ ਮੈਲਬੌਰਨ ਵਿਖੇ ਓਲੰਪਿਕ ਖੇਡਾਂ ਹੋਈਆਂ। 1956 ਤੋਂ ਇੱਕ ਹੋਰ ਨਵੀਂ ਸ਼ੁਰੂਆਤ ਹੋਈ। ਕੁਝ ਦੇਸ਼ ਇਹਨਾਂ ਖੇਡਾਂ ਦਾ ਬਾਈਕਾਟ ਕਰਨ ਲੱਗੇ। ਉਸ ਵੇਲੇ ਚਾਈਨਾ ਨੇ ਬਾਈਕਾਟ ਕੀਤਾ ਜਿਸ ਤਰ੍ਹਾਂ 1956 ਦੇ ਵਿੱਚ। ਫਿਰ ਹੋਰ ਵੀ ਕੁਝ ਮੁਲਕਾਂ ਨੇ ਬਾਈਕਾਟ ਕੀਤਾ। 1960 ਦੇ ਵਿੱਚ ਰੋਮ ਵਿਖੇ ਓਲੰਪਿਕ ਖੇਡਾਂ ਹੋਈਆਂ। 1964 ਦੇ ਵਿੱਚ ਪਹਿਲੀ ਵਾਰ ਏਸ਼ੀਆ ਦੇ ਕਿਸੇ ਮੁਲਕ ਨੇ, ਏਸ਼ੀਆ ਦੇ ਕਿਸੇ ਸ਼ਹਿਰ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ। ਉਹ ਸੀ ਟੋਕੀਓ। ਹੁਣ ਜਿੱਥੇ ਅਸੀਂ ਦੂਸਰੀ ਵਾਰ ਓਲੰਪਿਕ ਖੇਡਾਂ 2021 ਦੇ ਵਿੱਚ ਹੋ ਰਹੀਆਂ ਨੇ। 1964 ਦੇ ਵਿੱਚ ਟੋਕੀਓ ਵਿਖੇ ਓਲੰਪਿਕ ਖੇਡਾਂ ਹੋਈਆਂ। ਟੋਕੀਓ ਦੀ ਸਪਿਰਿਟ ਨੂੰ ਸਾਡਾ ਸਲਾਮ ਸੀ ਕਿਉਂਕਿ 1945 ਦੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਪਰਮਾਣੂ ਹਮਲਿਆਂ ਤੋਂ ਉੱਭਰੇ ਹੋਏ ਮੁਲਕ ਨੇ 1964 ਦੇ ਵਿੱਚ ਖੇਡਾਂ ਕਰਾਉਣ ਦਾ ਹੀਆ ਕੀਤਾ। ਇਹ ਜਾਪਾਨ ਦੀ ਉਸ ਸਪਿਰਿਟ ਨੂੰ ਸਲਾਮ ਸੀ। 1968 ਦੇ ਵਿੱਚ ਮੈਕਸੀਕੋ ਵਿਖੇ ਓਲੰਪਿਕ ਖੇਡਾਂ ਹੋਈਆਂ। ਉਸ ਤੋਂ ਬਾਅਦ 1972 ਵਿੱਚ ਜਰਮਨੀ ਦੇ ਸ਼ਹਿਰ ਮਿਊਨਿਖ ਵਿਖੇ ਅਗਲੀਆਂ ਓਲੰਪਿਕ ਖੇਡਾਂ ਹੋਈਆਂ। ਮਿਊਨਿਖ ਦੀਆਂ ਓਲੰਪਿਕ ਖੇਡਾਂ 'ਚ ਪਹਿਲੀ ਵਾਰ ਇੱਕ ਕਾਲਾ ਅਧਿਆਇ ਸਾਡੇ ਨਾਲ ਜੁੜਿਆ ਜਦੋਂ ਫਲਸਤੀਨੀਆਂ ਦੇ ਗੁਰੀਲਿਆਂ ਨੇ ਇਜ਼ਰਾਈਲ ਦੇ ਖਿਡਾਰੀਆਂ ਤੇ ਨੂੰ ਬੰਦੀ ਬਣਾ ਕੇ ਉਹਨਾਂ ਦਾ ਕਤਲ ਕੀਤਾ। 5 ਸਤੰਬਰ 1972 ਨੂੰ ਵਾਪਰੀ ਇਸ ਘਟਨਾ ਨੇ ਖੇਡਾਂ ਦੀ ਦੁਨੀਆ ਨੂੰ ਸ਼ਰਮਸ਼ਾਰ ਕੀਤਾ ਕਿਉਂਕਿ ਖੇਡਾਂ ਜੋੜਨ ਵਾਸਤੇ ਹੁੰਦੀਆਂ। ਖੇਡਾਂ ਦੇ ਵਿੱਚ ਕੋਈ ਲੜਾਈਆਂ, ਵੈਰ ਵਿਰੋਧ ਨਹੀਂ ਹੁੰਦਾ। ਖੇਡਾਂ ਦੇ ਵਿੱਚ ਪੁਰਾਣੇ ਯੂਨਾਨੀ ਰਾਜੇ ਜਦੋਂ ਖੇਡਦੇ ਸੀ ਤਾਂ ਆਪਣੀ ਲੜਾਈਆਂ ਭੁੱਲ ਕੇ ਖੇਡਾਂ ਦੇ ਵਿੱਚ ਹਿੱਸਾ ਲੈਂਦੇ ਸੀ। ਪਰ 5 ਸਤੰਬਰ 1972 ਨੂੰ ਇੱਕ ਦਿਨ ਲਈ ਖੇਡਾਂ ਬੰਦ ਹੋਈਆਂ ਜਦੋਂ ਉੱਥੇ ਇੱਕ ਅਟੈਕ ਹੋਇਆ ਇਜ਼ਰਾਈਲ ਦੇ ਖਿਡਾਰੀਆਂ 'ਤੇ। 1976 ਦੀਆਂ ਮੌਂਟਰੀਅਲ ਓਲੰਪਿਕ ਕੈਨੇਡਾ ਦੇ ਸ਼ਹਿਰ ਵਿੱਚ ਹੋਈਆਂ। ਮੌਂਟਰੀਅਲ ਓਲੰਪਿਕ ਦੇ ਵਿੱਚ ਕੁਝ ਅਰਬ ਤੇ ਕੁਝ ਅਫਰੀਕਾ ਦੇ ਕੰਟਰੀਜ਼ ਨੇ ਬਾਈਕਾਟ ਕੀਤਾ। 1980 ਦੇ ਵਿੱਚ ਮਾਸਕੋ ਦੇ ਵਿੱਚ ਓਲੰਪਿਕ ਖੇਡਾਂ ਹੋਈਆਂ। ਰੂਸ ਦੀ ਰਾਜਧਾਨੀ ਮਾਸਕੋ ਵਿਖੇ ਪਹਿਲੀ ਵਾਰ ਵੱਡੇ ਪੱਧਰ ਤੇ ਬਾਈਕਾਟ ਹੋਇਆ। ਅਮਰੀਕਾ ਪੱਖੀ ਮੁਲਕਾਂ ਨੇ ਉਹਨਾਂ ਖੇਡਾਂ ਦਾ ਬਾਈਕਾਟ ਕੀਤਾ। ਅਗਲੀਆਂ ਖੇਡਾਂ 1984 ਵਿੱਚ ਲਾਸ ਐਂਜਲਸ ਵਿਖੇ ਸਨ ਤੇ ਰੂਸ ਪੱਖੀ ਮੁਲਕਾਂ ਨੇ ਇਹਨਾਂ ਖੇਡਾਂ ਦਾ ਬਾਈਕਾਟ ਕੀਤਾ। ਤੇ 1988 ਦੇ ਵਿੱਚ ਸਿਓਲ ਵਿਖੇ, ਸਾਊਥ ਕੋਰੀਆ ਦੀ ਰਾਜਧਾਨੀ ਸਿਓਲ, ਅੱਜ ਦੇ ਬੱਚੇ ਜਿਸ ਨੂੰ ਬਲੈਕ ਪਿੰਕ ਦੇ ਸ਼ਹਿਰ ਨਾਲ ਜਾਣਦੇ ਆ, ਸਿਓਲ ਦੀ ਰਾਜਧਾਨੀ ਬਲੈਕ ਪਿੰਕ, ਜਿੱਥੇ ਦਾ ਇਹ ਮਿਊਜ਼ੀਕਲ ਬੈਂਡ ਆ ਜਿਸ ਨੂੰ ਬੱਚੇ ਬਹੁਤ ਪਿਆਰ ਸਤਿਕਾਰ ਕਰਦੇ ਨੇ। 1988 ਦੇ ਵਿੱਚ ਸਿਓਲ ਏਸ਼ੀਆ ਦਾ ਦੂਜਾ ਸ਼ਹਿਰ ਬਣਿਆ ਜਿਸ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ। 1992 ਦੇ ਵਿੱਚ ਫਿਰ ਬਾਰਸਲੋਨਾ ਵਿਖੇ ਓਲੰਪਿਕ ਖੇਡਾਂ ਹੋਈਆਂ। 1996 ਦੇ ਵਿੱਚ ਐਟਲਾਂਟਾ, ਅਮਰੀਕਾ ਦੇ ਸ਼ਹਿਰ ਵਿੱਚ ਓਲੰਪਿਕ ਖੇਡਾਂ ਹੋਈਆਂ। ਐਟਲਾਂਟਾ ਦੌਰਾਨ ਇੱਕ ਹਾਦਸਾ ਵੱਡਾ ਵਾਪਰਦਾ ਬਚ ਗਿਆ ਕਿਉਂਕਿ ਉਸ ਵੇਲੇ ਇੱਕ ਬੰਬ ਹਾਦਸੇ ਦੀ ਖਬਰ ਆਈ ਜੋ ਕਿ ਸਟੇਡੀਅਮ ਤੋਂ ਦੂਰ ਵਾਪਰਿਆ ਜਿਸ ਨਾਲ ਕਿਸੇ ਨੂੰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। 1996 ਦੇ ਐਟਲਾਂਟਾ ਤੋਂ ਬਾਅਦ ਵਾਰੀ ਆਈ ਆਸਟ੍ਰੇਲੀਆ ਨੂੰ ਦੂਜੀ ਵਾਰ ਮੌਕਾ ਮਿਲਿਆ। 1956 ਵਿੱਚ ਮੈਲਬੌਰਨ ਵਿਖੇ ਆਸਟ੍ਰੇਲੀਆ ਨੇ ਮੇਜ਼ਬਾਨੀ ਕੀਤੀ। 2000 ਦੇ ਵਿੱਚ ਸਿਡਨੀ ਵਿਖੇ ਆਸਟ੍ਰੇਲੀਆ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ। ਫਿਰ ਸਮਾਂ ਆਇਆ 2004 ਦਾ ਜਦੋਂ ਓਲੰਪਿਕਸ ਪਹਿਲੀ ਵਾਰ ਆਪਣੇ ਜਨਮਦਾਤਾ ਸ਼ਹਿਰ ਦੇ ਵਿੱਚ ਆਈਆਂ। ਐਥਨਸ ਵਿਖੇ 2004 ਦੀਆਂ ਓਲੰਪਿਕ ਖੇਡਾਂ ਕਰਵਾਈਆਂ ਗਈਆਂ। ਦੋਸਤੋ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸਾਂ,
ਪੁਰਾਣੇ ਸਮਿਆਂ ਦੀ ਪੁਰਾਣੀ ਓਲੰਪਿਕ ਦੇ ਵਿੱਚ ਅੱਜ ਦੇ ਸਮੇਂ ਵਾਂਗ ਮੈਡਲ ਨਹੀਂ ਦਿੱਤੇ ਜਾਂਦੇ ਸੀ। ਉਸ ਵੇਲੇ ਜੈਤੂਨ ਦੀਆਂ ਲਗਰਾਂ, ਉਸ ਵੇਲੇ ਤੁਸੀਂ ਦੇਖ ਰਹੇ ਹੋ ਦਰਖਤਾਂ ਦੀਆਂ ਟਾਹਣੀਆਂ ਦਾ ਜੋ ਮੁਕਟ ਬਣਾ ਕੇ ਪਹਿਨਾਇਆ ਜਾਂਦਾ ਸੀ। ਤੇ 2004 ਦੇ ਵਿੱਚ ਜਦੋਂ ਐਥਨਸ 'ਚ ਮਾਡਰਨ ਓਲੰਪਿਕਸ ਹੋਈਆਂ ਤਾਂ ਉਸ ਵੇਲੇ ਮੈਡਲ ਦੇ ਨਾਲ ਜੈਤੂਨ ਦੀਆਂ ਲਗਰਾਂ ਤੇ ਟਾਹਣੀਆਂ ਦਾ ਮੁਕਟ ਵੀ ਖਿਡਾਰੀ ਦੇ ਸਿਰ ਤੇ ਪਹਿਨਾਇਆ ਗਿਆ। ਸਾਡੇ ਰਾਜਾਵਰਧਨ ਸਿੰਘ ਰਾਠੌਰ ਨੇ ਉਦੋਂ ਜਦੋਂ ਟਰੈਪ ਦੇ ਵਿੱਚ ਸ਼ੂਟਿੰਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਤੇ ਉਹਨੂੰ ਮੈਡਲ ਦੇ ਨਾਲ ਉਹ ਮੁਕਟ ਵੀ ਪਹਿਨਾਇਆ ਗਿਆ। 2008 ਦੇ ਵਿੱਚ ਫਿਰ ਸਮਾਂ ਆਇਆ, ਬੀਜ਼ਿੰਗ ਦੇ ਵਿੱਚ ਓਲੰਪਿਕ ਖੇਡਾਂ ਹੋਈਆਂ। ਬੀਜ਼ਿੰਗ ਚਾਈਨਾ ਦੀ ਰਾਜਧਾਨੀ ਨੇ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ। ਏਸ਼ੀਆ ਦਾ ਤੀਜਾ ਸ਼ਹਿਰ ਬਣਿਆ। ਬੀਜ਼ਿੰਗ ਦਾ ਮੈਂ ਖੁਦ ਗਵਾਹ ਬਣਿਆ ਸੀ, ਮੈਨੂੰ ਓਲੰਪਿਕ ਖੇਡਾਂ ਕਵਰ ਕਰਨ ਦਾ ਮੌਕਾ ਮਿਲਿਆ ਸੀ। ਬੀਜ਼ਿੰਗ ਵਿਖੇ ਵੀ ਕਾਫੀ ਵਿਵਾਦ ਹੋਏ। ਬੀਜ਼ਿੰਗ ਤੋਂ ਪਹਿਲਾਂ ਕਈ ਕੰਟਰੀਜ਼ ਦੇ 1 ਸਾਲ 2 ਸਾਲ ਤੋਂ ਬਿਆਨ ਆਉਂਦੇ ਰਹੇ ਉੱਥੇ ਹੈਲਥ ਪ੍ਰੋਬਲਮ ਨੇ। ਉੱਥੇ ਜਿਹਨੂੰ ਹੈਲਥ ਪ੍ਰੋਬਲਮ ਇਸ ਕਰਕੇ ਕਹਿੰਦੇ ਸੀ ਕਿਉਂਕਿ ਉੱਥੇ ਪੋਲਿਊਸ਼ਨ ਦੀ ਪ੍ਰੋਬਲਮ ਬੜੀ ਸੀ, ਪਰ ਚਾਈਨਾ ਨੇ ਆਪਣੀ ਸਪਿਰਿਟ ਨਾਲ ਉਸ ਨੂੰ ਵੀ ਦੂਰ ਕੀਤਾ। ਫਿਰ ਤਿੱਬਤ ਤੇ ਚਾਈਨਾ ਦੇ ਜੋ ਵਿਵਾਦ ਚੱਲਦਾ ਉਸ ਕਰਕੇ ਤਿੱਬਤ ਵੱਲੋਂ ਇਹਨਾਂ ਖੇਡਾਂ ਦਾ ਵਿਰੋਧ ਕੀਤਾ ਗਿਆ। ਪਰ 2008 ਦੇ ਵਿੱਚ ਬੀਜ਼ਿੰਗ ਨੇ ਖੇਡਾਂ ਦਾ ਬਹੁਤ ਸ਼ਾਨਦਾਰ ਸਮਾਪਨ ਕੀਤਾ ਤੇ ਪਹਿਲੀ ਵਾਰ ਕਿਸੇ ਖਿਡਾਰੀ ਨੇ 8 골ਡ ਮੈਡਲ ਜਿੱਤੇ। ਉਸ ਤੋਂ ਪਹਿਲਾਂ 1972 ਦੇ ਵਿੱਚ ਮਾਰਕ ਸਪਿਟਸ ਨੇ 7 골ਡ ਜਿੱਤੇ ਸੀ, ਪਰ 2008 ਵਿੱਚ ਬੀਜ਼ਿੰਗ ਵਿਖੇ ਮਾਈਕਲ ਫੈਲਪਸ ਨੇ ਸਵਿਮਿੰਗ 'ਚ 8 골ਡ ਮੈਡਲ ਜਿੱਤੇ। 2012 ਲੰਡਨ ਇੱਕੋ ਇੱਕ ਸ਼ਹਿਰ ਬਣਿਆ ਜਿਸ ਨੇ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ, ਓਲੰਪਿਕਸ ਦੀ ਹੈਟ੍ਰਿਕ ਕੀਤੀ। ਓਲੰਪਿਕ ਹੋਸਟ ਲੰਡਨ 2012, 2016 ਦੇ ਵਿੱਚ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੋ ਵਿਖੇ ਓਲੰਪਿਕ ਖੇਡਾਂ ਹੋਈਆਂ। ਰੀਓ ਲੈਟਨ ਅਮਰੀਕਾ, ਦੱਖਣੀ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ ਜਿਹਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ। ਤੇ ਹੁਣ ਦੋਸਤੋ 2021 ਦੇ ਵਿੱਚ ਅਸੀਂ ਟੋਕੀਓ ਓਲੰਪਿਕਸ ਦੇਖਣ ਜਾ ਰਹੇ ਹਾਂ। ਟੋਕੀਓ ਓਲੰਪਿਕਸ ਪਿਛਲੇ ਸਾਲ ਹੋਣੀਆਂ ਸੀ ਪਰ ਕਰੋਨਾ ਕਰਕੇ 1 ਸਾਲ ਪਿੱਛੇ ਹੋ ਗਈਆਂ। ਪਹਿਲੀ ਵਾਰ ਹੈ ਕਿ ਲੀਪ ਈਅਰ ਤੋਂ ਬਿਨਾਂ ਕਿਸੇ ਆਡ ਈਅਰ ਦੇ ਵਿੱਚ ਓਲੰਪਿਕਸ ਹੋ ਰਹੀਆਂ। ਦੋਸਤੋ ਓਲੰਪਿਕ ਖੇਡਾਂ ਦੀ ਪ੍ਰੋਗਰੈਸ ਦੀ ਗੱਲ ਕੀਤੀ ਜਾਵੇ, 14 ਮੁਲਕਾਂ ਦੇ 250 ਖਿਡਾਰੀਆਂ ਤੋਂ ਸ਼ੁਰੂ ਹੋਈਆਂ ਓਲੰਪਿਕ ਖੇਡਾਂ। ਰੀਓ ਵਿਖੇ 207 ਮੁਲਕਾਂ ਦੇ 11,000 ਖਿਡਾਰੀਆਂ ਤੱਕ ਪੁੱਜ ਗਈਆਂ। ਕਿਸੇ ਵੇਲੇ 9 ਖੇਡਾਂ ਦੇ 14 ਇਵੈਂਟ ਹੁੰਦੇ ਸੀ, 15 ਇਵੈਂਟ। ਕਿਸੇ ਵੇਲੇ ਪਹਿਲੀ ਮਾਡਰਨ ਓਲੰਪਿਕਸ ਦੇ ਵਿੱਚ ਥੋੜ੍ਹੇ ਇਵੈਂਟ ਹੋਏ। ਉਸ ਤੋਂ ਪਹਿਲਾਂ ਪੁਰਾਣੀ ਓਲੰਪਿਕ ਦੇ ਵਿੱਚ, ਪ੍ਰਾਚੀਨ ਓਲੰਪਿਕ ਦੇ ਵਿੱਚ ਸਿਰਫ ਇੱਕੋ ਇਵੈਂਟ ਹੋਇਆ। ਇਹਨਾਂ ਖੇਡਾਂ ਨੇ ਬਹੁਤ ਤਰੱਕੀ ਕੀਤੀ ਆ। ਤੇ ਦੋਸਤੋ ਰੋਡ ਟੂ ਟੋਕੀਓਸ ਦੇ ਵਿੱਚ ਅਗਲੀ ਕੜੀ ਦੇ ਵਿੱਚ ਤੁਹਾਨੂੰ ਕਿਸੇ ਨਵੇਂ ਚੈਪਟਰ ਦੇ ਨਾਲ, ਕਿਸੇ ਨਵੇਂ ਇਤਿਹਾਸ ਦੇ ਨਾਲ, ਕਿਸੇ ਨਵੇਂ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਲੈ ਕੇ ਆਵਾਂਗਾ। ਤੁਹਾਡਾ ਨਵਦੀਪ ਸਿੰਘ ਗਿੱਲ। ਤੁਸੀਂ ਸਪੋਰਟਸ ਵਰਲਡ ਪੰਜਾਬੀ ਨੂੰ ਜਿਨ੍ਹਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਤੁਹਾਡੀ ਫੀਡਬੈਕ ਮੇਰੇ ਲਈ ਬਹੁਤ ਜ਼ਰੂਰੀ ਹੈ।